ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਦੋਸਤੋ, ਕੁਝ ਖਬਰਾਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਕੁਝ ਕੁ ਖਬਰਾਂ ਤਾਂ ਉਹ ਨੇ ਜਿਹੜੀਆਂ ਜ਼ਮੀਨੀ ਝਗੜੇ ਨੂੰ ਲੈ ਕੇ ਬੀਤੇ ਕੁਝ ਘੰਟਿਆਂ ਦੇ ਵਿੱਚ ਵਾਪਰੀਆਂ ਨੇ। ਆਪਣਿਆਂ ਦੀ ਜਾਨ ਲੈ ਲਈ ਹੈ। ਕਿਤੇ ਦੋ ਕਨਾਲਾਂ ਦਾ ਰੌਲਾ ਝਗੜਾ, ਕਿਤੇ ਸਿਰਫ ਟੋਭੇ ਦਾ ਰੌਲਾ ਝਗੜਾ। ਹੁਣ ਟੋਭਾ ਵੀ ਉੱਥੇ ਰਹਿ ਜਾਣਾ, ਆਹ ਦੋ ਕਨਾਲਾਂ ਵੀ ਉੱਥੇ ਰਹਿ ਜਾਣੀਆਂ ਨੇ। ਆਹ ਵੱਟਾਂ ਤੇ ਬੰਨਿਆਂ ਦੇ ਜਿਹਦੇ ਪਿੱਛੇ ਕਤਲੋ ਗਾਰਤ ਹੋਈ ਹੈ, ਇਹ ਵੀ ਉੱਥੇ ਹੀ ਰਹਿ ਜਾਣਾ। ਇਹਦੇ ਨਾਲ ਨਾਲ ਇੱਕ ਖਬਰ ਜਿਹੜੀ ਮਿਲ ਰਹੀ ਹੈ ਉਹ ਇਹ ਹੈ ਕਿ ਨਿਊ ਜਰਸੀ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ, ਜਿੱਥੇ ਇੱਕੋ ਹੀ ਪਰਿਵਾਰ ਦੇ 3 ਜੀਆਂ ਦੀ ਮੌਤ ਹੋਈ ਹੈ। ਉਹ ਮੌਤ ਕਿਵੇਂ ਹੋਈ ਹੈ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗਾ। ਇਹਦੇ ਨਾਲ ਨਾਲ ਡੇਵਿਡ ਨਬੈਰੋ ਨੇ, WHO ਦੇ ਸਿਹਤ ਮਾਹਰ ਨੇ, ਡਾਕਟਰ ਡੇਵਿਡ ਨਬੈਰੋ, ਉਹ ਆਖ ਰਹੇ ਨੇ ਕਿ ਕਰੋਨਾ ਵਾਇਰਸ ਦੀ ਦਵਾਈ ਕਦੋਂ ਬਣੇਗੀ, ਕਿੰਨਾ ਸਮਾਂ ਲੱਗ ਸਕਦਾ। ਪਰ ਦੂਸਰੇ ਪਾਸੇ ਛਾਲਾਂ ਮਾਰਨ ਵਾਲੇ ਬਾਬੇ ਰਾਮਦੇਵ ਨੇ ਸਗੂਫਾ ਕੱਢ ਕੇ ਮਾਰਿਆ, ਦਵਾਈ ਬਣ ਵੀ ਗਈ ਕਹਿੰਦੇ। ਆਮ ਤੌਰ ਤੇ WHO ਤੇ ਵੱਡੇ ਵੱਡੇ ਮੁਲਕ ਵੀ ਇਹ ਕਹਿ ਰਹੇ ਨੇ ਕਿ ਜੇ ਦਵਾਈ ਬਣ ਵੀ ਗਈ ਤਾਂ ਘੱਟੋ ਘੱਟ 6 ਮਹੀਨੇ ਤੋਂ ਲੈ ਕੇ ਸਾਲ ਡੇਢ ਸਾਲ ਤੱਕ ਆਮ ਲੋਕਾਂ ਤੱਕ ਇਸ ਦਵਾਈ ਨੂੰ ਪਹੁੰਚਦਿਆਂ ਸਮਾਂ ਲੱਗ ਜਾਏਗਾ। ਪਰ ਬਾਬਾ ਰਾਮਦੇਵ ਕਹਿੰਦੇ ਨਹੀਂ, ਇੰਝ ਨਹੀਂ ਹੋਏਗਾ। ਅੱਜ ਦਵਾਈ ਦਾ ਅਨਾਉਂਸ ਕਰਾਂਗਾ ਤੇ 7 ਦਿਨਾਂ ਦੇ ਵਿੱਚ ਪਤੰਜਲੀ ਦੇ ਸਾਰੇ ਸਟੋਰਾਂ ਦੇ ਉੱਤੇ ਦਵਾਈ ਪਈ ਹੋਏਗੀ। ਇਹਦੇ ਵਿੱਚ ਕੇਂਦਰ ਸਰਕਾਰ ਦਾ ਕੀ ਰੁਖ ਹੈ, ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਕੁਝ ਖਬਰਾਂ ਨੇ ਜਿਨ੍ਹਾਂ ਦੀ ਤਫਸੀਲ, ਜਿਨ੍ਹਾਂ ਦਾ ਵਿਸਥਾਰ ਦੇਣਾ ਜ਼ਰੂਰੀ ਹੈ। ਪਰ ਇਹਦੇ ਨਾਲ ਨਾਲ ਬੀਤੇ ਦਿਨੀ ਭਾਰਤ ਦੀ ਕੇਂਦਰ ਸਰਕਾਰ ਨੇ 3 ਆਰਡੀਨੈਂਸ ਜਾਰੀ ਕੀਤੇ ਸੀ, ਲਗਭਗ ਸਾਰੇ ਕਿਸਾਨੀ ਨਾਲ ਸੰਬੰਧਿਤ ਨੇ। ਉਹਦੇ ਖਿਲਾਫ ਬਹੁਤ ਸਾਰੀਆਂ ਪਾਰਟੀਆਂ ਉੱਠ ਕੇ ਖੜੀਆਂ ਹੋਈਆਂ। ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨੇ ਬੀਤੇ ਦਿਨੀ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਸਾਈਕਲ ਰੈਲੀ ਕੱਢੀ ਹੈ ਤੇ ਲਗਾਤਾਰ ਉਹ ਸਾਈਕਲ ਰੈਲੀ ਦੇ ਉੱਤੇ ਪਿੰਡੋਂ ਪਿੰਡੀ ਹੁੰਦੇ ਹੋਏ ਜਾਗਰੂਕ ਕਰਦੇ ਅੱਗੇ ਨੂੰ ਵਧ ਰਹੇ ਆ। ਪਰ ਫਗਵਾੜਾ ਦੇ ਵਿੱਚ ਸਵਾਗਤ ਉਹਨਾਂ ਦੇ ਪੁਲਿਸ ਨੇ ਕਰ ਦਿੱਤਾ ਤੇ 150 ਬੰਦਿਆਂ ਤੇ ਪਰਚਾ ਕਰ ਦਿੱਤਾ। ਉਹ ਪਰਚਾ ਕਿਉਂ ਹੋਇਆ, ਇਹ ਖਬਰ ਵੀ ਸਾਂਝੀ ਕਰਾਂਗਾ। ਇਹਨਾਂ ਸਾਰੀਆਂ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਬੇਨਤੀ ਇਹ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਅਤੇ ਨਾਲ ਨੋਟੀਫਿਕੇਸ਼ਨ ਵਾਲੀ ਘੰਟੀ ਵੀ ਜ਼ਰੂਰ ਦਬਾ ਲਿਓ ਤਾਂ ਕਿ ਆਪਣਾ ਰਾਬਤਾ ਬਣਦਾ ਰਹੇ। ਹੁਣ ਸਭ ਤੋਂ ਪਹਿਲਾਂ ਮੈਂ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਨਿਊ ਜਰਸੀ ਵਾਲੀ ਹੈ। ਨਿਊ ਜਰਸੀ ਦੇ ਵਿੱਚ ਇੱਕ ਪਰਿਵਾਰ ਜਿਸ ਦੇ 3 ਮੈਂਬਰਾਂ ਦਾ ਮੌਤ ਆਖੀ ਜਾ ਸਕਦੀ ਹੈ ਕਿ 3 ਮੈਂਬਰਾਂ ਦਾ ਦੇਹਾਂਤ ਹੋ ਗਿਆ, ਮੌਤ ਹੋ ਗਈ ਹੈ। ਅਸਲ ਦੇ ਵਿੱਚ ਕੂਕਾਂ ਸੁਣੀਆਂ, ਚੀਕਾਂ ਸੁਣੀਆਂ ਗਵਾਂਢੀਆਂ ਨੇ ਤੇ ਗਵਾਂਢੀਆਂ ਨੇ 911 ਦੇ ਉੱਤੇ ਪੁਲਿਸ ਨੂੰ ਫੋਨ ਕਰ ਦਿੱਤਾ। ਪੁਲਿਸ ਮਿੰਟੋ ਮਿੰਟ ਹੀ ਆ ਗਈ। ਜਦੋਂ ਪੁਲਿਸ ਨੇ ਆ ਕੇ ਵੇਖਿਆ ਤੇ ਉਹਨਾਂ ਦੇ ਪੂਲ ਦੇ ਵਿੱਚ 3 ਹੀ ਬੇਸੁੱਧ ਪਿਆ ਸੀ। ਅਸਲ ਦੇ ਵਿੱਚ ਪਟੇਲ ਪਰਿਵਾਰ ਹੈ ਜਿਸ ਦੇ ਵਿੱਚ ਇੱਕ ਵਿਅਕਤੀ 62 ਵਰ੍ਹਿਆਂ ਦਾ ਸੀ, ਉਹਦੀ ਨੂੰਹ 33 ਵਰ੍ਹਿਆਂ ਦੀ ਸੀ ਅਤੇ ਭਾਰਤ ਪਟੇਲ ਜਿਹੜਾ ਖੁਦ 62 ਵਰ੍ਹਿਆਂ ਦਾ ਸੀ, ਉਹਦੀ ਪੋਤਰੀ 8 ਵਰ੍ਹਿਆਂ ਦੀ ਸੀ। ਉਹਦੀ ਨੂੰਹ 33 ਵਰ੍ਹੇ ਦੀ ਨਿਸ਼ਾ ਅਤੇ ਨਿਸ਼ਾ ਦੀ ਧੀ 8 ਵਰ੍ਹਿਆਂ ਦੀ। ਹੁਣ ਜਦੋਂ ਗੁਆਂਢੀਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਕੁਝ ਵੇਖਿਆ, ਉਹ ਕਹਿੰਦੇ ਸਾਨੂੰ ਸਿਰਫ ਆਵਾਜ਼ਾਂ ਸੁਣੀਆਂ, ਕੂਕਾਂ ਸੁਣੀਆਂ, ਚੀਕਾਂ ਸੁਣੀਆਂ, ਜਿਸ ਦੇ ਆਧਾਰ ਤੇ ਅਸੀਂ 911 ਕਾਲ ਕੀਤੀ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਕਿਸੇ ਇੱਕ ਵਿਅਕਤੀ ਦੀ ਜਾਨ ਬਚਾਉਂਦਿਆਂ ਹੋ ਸਕਦਾ ਹੈ ਕਿ ਬੱਚੀ ਪੂਲ ਵਿੱਚ ਚਲੀ ਗਈ ਹੋਵੇ। ਉਹਨੂੰ ਬਚਾਉਂਦੀ ਪਿੱਛੇ ਮਾਂ ਨੇ ਛਾਲ ਮਾਰ ਦਿੱਤੀ ਹੋਵੇ। ਉਹਨੂੰ ਬਚਾਉਂਦੇ ਉਹਦੇ ਸਹੁਰੇ ਨੇ 62 ਸਾਲਾ ਭਾਰਤ ਪਟੇਲ ਨੇ ਛਾਲ ਮਾਰ ਦਿੱਤੀ ਹੋਵੇ। ਹੋਇਆ ਇਹ ਘਟਨਾਕ੍ਰਮ ਕਿਵੇਂ ਹੈ, ਇਹਦੀ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਰ ਪੁਲਿਸ ਨੇ, ਪੈਰਾਮੈਡਿਕਸ ਨੇ ਉਹਨਾਂ ਨੂੰ ਬਾਹਰ ਕੱਢ ਕੇ CPR ਦਿੱਤੀ, ਪਰ ਉਦੋਂ ਤੱਕ ਉਹ ਪ੍ਰਾਣ ਤਿਆਗ ਚੁੱਕੇ ਸਨ। ਮੌਕੇ ਦੇ ਉੱਤੇ ਹੀ ਉਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹੁਣ ਗੁਆਂਢੀਆਂ ਨੇ ਦੱਸਿਆ ਕਿ ਹਾਲੇ ਕੁਝ ਮਹੀਨੇ ਪਹਿਲਾਂ ਹੀ ਇਹ ਪਟੇਲ ਪਰਿਵਾਰ ਇਸ ਘਰ ਦੇ ਵਿੱਚ ਸ਼ਿਫਟ ਕੀਤਾ ਸੀ, ਇਸ ਕਰਕੇ ਬਹੁਤਾ ਮੇਲ ਮਿਲਾਪ ਵੀ ਆਲੇ ਦੁਆਲੇ ਕਿਸੇ ਨਾਲ ਹੈ ਨਹੀਂ ਸੀ। ਪਰ ਇਹ ਪਰਿਵਾਰ ਦੀ ਮੌਤ ਕਿਵੇਂ ਹੋਈ, ਕਿਉਂ ਹੋਈ, ਇਹ ਤੇ ਇੱਕ ਜਾਂਚ ਦਾ ਵਿਸ਼ਾ ਹੈ। ਪਰ ਨਿਊ ਜਰਸੀ ਦੀ ਸਥਾਨਕ ਪੁਲਿਸ ਨੇ ਇਹ ਦੱਸਿਆ ਕਿ ਭਾਈਚਾਰੇ ਦੇ ਵਿੱਚ ਕਾਫੀ ਸੋਗ ਦੀ ਲਹਿਰ ਦੌੜ ਗਈ ਹੈ ਇਸ ਇੱਕੋ ਹੀ ਪਰਿਵਾਰ ਦੇ 3 ਜੀਆਂ ਦੀ ਮੌਤ ਤੋਂ ਬਾਅਦ। ਹੁਣ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਹਾਂ ਕਰੋਨਾ ਵਾਇਰਸ ਦੀ ਦਵਾਈ। ਇੱਕ ਬਹੁਤ ਵੱਡਾ ਸੰਮੇਲਨ ਬੀਤੇ ਸੋਮਵਾਰ ਨੂੰ ਦੁਬਈ ਵਿੱਚ ਹੋਇਆ। ਦੁਬਈ ਦੇ ਵਿੱਚ
WHO ਦੇ ਸਿਹਤ ਮਾਹਰ ਨੇ ਡਾਕਟਰ ਡੇਵਿਡ ਨਬੈਰੋ, ਜਦੋਂ ਉਹਨਾਂ ਨੂੰ ਕਰੋਨਾ ਵਾਇਰਸ ਦੇ ਬਾਬਤ ਪੁੱਛਿਆ ਗਿਆ ਕਿ ਭਾਈ ਇਹਦੀ ਦਵਾਈ ਕਦੋਂ ਕੁ ਤੱਕ ਆ ਸਕਦੀ ਹੈ, ਉਹ ਕਹਿੰਦੇ ਮੈਨੂੰ ਲੱਗਦਾ ਹੈ ਕਿ ਹਾਲੇ 2.5 ਸਾਲ ਦਵਾਈ ਸ਼ਾਇਦ ਨਾ ਆਵੇ। ਪਰ ਇਹਦੇ ਨਾਲ ਨਾਲ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕਰ ਦਿੱਤਾ ਕਿ ਜੇਕਰ ਦਵਾਈ 2.5 ਸਾਲ ਨਹੀਂ ਵੀ ਆਉਂਦੀ ਤਾਂ ਕੋਸ਼ਿਸ਼ਾਂ ਤਾਂ ਜਾਰੀ ਰਹਿਣਗੀਆਂ, ਪਰ ਇਹ ਜ਼ਰੂਰੀ ਨਹੀਂ ਕਿ ਇਹਨਾਂ 2.5 ਸਾਲਾਂ ਦੇ ਵਿੱਚ ਦਵਾਈ ਨਾ ਬਣੇ। ਪਰ ਕਹਿੰਦੇ ਮੈਂ ਇਹ ਸੋਚਦਾ ਕਿ ਇਹ ਚੰਗਾ ਹੋਵੇਗਾ ਕਿ ਜੇਕਰ ਮੇਰਾ ਇਹ ਅੰਦਾਜ਼ਾ ਗਲਤ ਸਿੱਧ ਹੋ ਜਾਏ, ਗਲਤ ਸਾਬਤ ਹੋ ਜਾਏ। ਕਹਿਣ ਦਾ ਭਾਵ ਕਿ ਮੈਂ ਚਾਹੁੰਦਾ ਕਿ ਦਵਾਈ ਛੇਤੀ ਤੋਂ ਛੇਤੀ ਮਾਰਕੀਟ ਵਿੱਚ ਆ ਜਾਵੇ, ਪਰ ਮੈਂ ਦੁਨੀਆ ਦੇ ਲੋਕਾਂ ਨੂੰ ਕਿਸੇ ਗਲਤ ਫਹਿਮੀ ਜਾਂ ਖੁਸ਼ਫਹਿਮੀ 'ਚ ਨਹੀਂ ਰੱਖਣਾ ਚਾਹੁੰਦਾ ਕਿ ਹੋ ਸਕਦਾ ਕਿ 2.5 ਸਾਲ ਤੱਕ ਦਾ ਸਮਾਂ ਲੱਗ ਜਾਏ। ਹਲੇ ਇਹ ਖਬਰਾਂ ਆ ਹੀ ਰਹੀਆਂ ਸੀ ਕਿ ਉਧਰ ਪਤੰਜਲੀ ਵਾਲੇ, ਕਈ ਸਲਵਾਰ ਵਾਲੇ ਬਾਬਾ ਵੀ ਕਹਿੰਦੇ ਨੇ, ਕਿ ਛਾਲਾਂ ਵਾਲੇ ਬਾਬਾ ਜੀ ਕਹਿੰਦੇ ਨੇ, ਬਾਬਾ ਰਾਮਦੇਵ ਨੇ ਅਨਾਉਂਸਮੈਂਟ ਕਰ ਦਿੱਤੀ ਕਿ ਮੈਂ ਦਵਾਈ ਬਣਾ ਲਈ ਹੈ। ਦਵਾਈ ਵੀ 3 ਤਰ੍ਹਾਂ ਦੀ ਹੈ, ਕੋਈ ਇਮਿਊਨਿਟੀ ਨੂੰ ਤੁਹਾਡੀ ਨੂੰ ਸਟਰੋਂਗ ਕਰਦੀ ਹੈ, ਕੋਈ ਕਰੋਨਾ ਵਾਇਰਸ ਨੂੰ, ਕੋਈ ਕੁਛ ਉਹ ਕਹਿੰਦੇ। ਪਰ ਕਰੋਨਾ ਵਾਇਰਸ ਦੇ ਮਰੀਜ਼ਾਂ ਦੇ ਵਾਸਤੇ ਇਹ ਦਵਾਈ ਕਾਰਗਰ ਹੈ। ਪਰ ਜਦੋਂ ਹੀ ਇਹ ਗੱਲ ਅੱਗ ਵਾਂਗ ਫੈਲਣੀ ਸ਼ੁਰੂ ਹੋਈ, ਤੁਹਾਨੂੰ ਪਤਾ ਹੈ ਕਿ ਸਾਡੇ ਤਾਂ ਉੱਥੇ ਕੋਈ ਦੱਸ ਦੇਵੇ ਨਾ ਕਿ ਸਵਾਹ ਨਾਲ ਇਲਾਜ ਹੁੰਦਾ ਤੇ ਲੋਕ ਉਧਰ ਨੂੰ ਵਹੀਰਾਂ ਘੱਤ ਦਿੰਦੇ ਨੇ, ਭੇਡ ਚਾਲ ਹੋ ਜਾਂਦੀ ਹੈ। ਬਾਬਾ ਰਾਮਦੇਵ ਨੂੰ ਇਸ ਗੱਲ ਦਾ ਇਲਮ ਹੈ ਕਿ ਦੁਨੀਆ ਕਰੋਨਾ ਵਾਇਰਸ ਦੀ ਦਵਾਈ ਲੱਭਦੀ ਫਿਰਦੀ ਹੈ। ਉਹਨਾਂ ਨੇ ਸਹੀ ਸਮੇਂ ਤੇ ਸਹੀ ਨਿਸ਼ਾਨੇ ਤੇ ਤੀਰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਭਾਰਤ ਸਰਕਾਰ ਨੇ ਨਾਲ ਦੀ ਨਾਲ ਬਾਬਾ ਰਾਮਦੇਵ ਨੂੰ ਹਦਾਇਤ ਜਾਰੀ ਕਰ ਦਿੱਤੀ ਕਿ ਜਿੰਨੀ ਦੇਰ ਅਸੀਂ ਇਹਨੂੰ ਪਰਖ ਦੀ ਜਾਂਚ ਦੀ ਘੜੀ ਦੇ ਵਿੱਚੋਂ ਨਹੀਂ ਲਗਾਉਂਦੇ, ਇਹਨੂੰ ਪਰਖਦੇ ਨਹੀਂ, ਸਾਡੀ ਕਸਵੱਟੀ ਤੇ ਖਰੀ ਨਹੀਂ ਉਤਰਦੀ, ਉਨੀ ਦੇਰ ਤੱਕ ਬਾਬਾ ਜੀ ਤੁਸੀਂ ਦਵਾਈ ਨਹੀਂ ਵੇਚ ਸਕਦੇ। ਕਿਉਂਕਿ ਭਾਰਤ ਵਿੱਚ ਕਾਨੂੰਨ ਵੀ ਬਣ ਚੁੱਕਿਆ। ਪਹਿਲਾਂ ਨੀਟੂ ਸ਼ਟਰਾਂ ਵਾਲੇ ਦੇ ਵੀ ਛਿੱਤਰ ਪੈ ਚੁੱਕੇ ਨੇ ਇਸੇ ਮਾਮਲੇ ਦੇ ਵਿੱਚ ਕਿ ਜੇਕਰ ਕਿਸੇ ਨੇ ਇਹ ਕਿਹਾ ਕਿ ਮੇਰੇ ਕੋਲ ਦਵਾਈ ਹੈ, ਜੇਕਰ ਕਿਸੇ ਨੇ ਕਰੋਨਾ ਵਾਇਰਸ ਨੂੰ ਲੈ ਕੇ ਕੋਈ ਅਫਵਾਹ ਫੈਲਾਈ ਤੇ ਉੱਤੇ ਕੇਸ ਰਜਿਸਟਰਡ ਹੋਏਗਾ। ਹਾਲੇ ਕੇਸ ਤਾਂ ਨਹੀਂ ਰਜਿਸਟਰਡ ਹੋਇਆ, ਪਰ ਹੋ ਸਕਦਾ ਹੈ, ਕਿਉਂਕਿ ਦਵਾਈ ਦੀ ਜਾਂਚ ਕੀਤੀ ਜਾ ਰਹੀ ਹੈ, ਪੜਤਾਲ ਕੀਤੀ ਜਾ ਰਹੀ ਹੈ। ਜੇ ਤਾਂ ਦਵਾਈ ਵਾਕਿਆ ਹੀ ਕਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਾਸਤੇ ਕਾਰਗਰ ਸਾਬਤ ਹੋ ਗਈ, ਜਾਂਚ ਵਿੱਚ ਕਸਵੱਟੀ ਤੇ ਖਰੀ ਉਤਰ ਗਈ, ਫਿਰ ਤੇ ਦੁਨੀਆ ਵਾਸਤੇ ਇਹ ਬਹੁਤ ਵਧੀਆ ਖਬਰ ਹੈ। ਇਹਦੇ ਵਰਗੀ ਹੋਰ ਕੋਈ ਖਬਰ ਨਹੀਂ ਹੋ ਸਕਦੀ। ਪਰ ਜੇ ਕੰਮ ਬੋਗਸ ਨਿਕਲਿਆ, ਫਿਰ ਬਾਬੇ ਦਾ ਕਾਬਲਾ ਕੱਸਿਆ ਵੀ ਜਾ ਸਕਦਾ ਹੈ। ਪਰ ਅਗਲੀ ਗੱਲ WHO ਵੀ ਕਹਿ ਰਹੀ ਹੈ ਤੇ ਦੁਨੀਆ ਦੇ ਵਿਗਿਆਨੀ ਕਹਿ ਰਹੇ ਨੇ, ਜੇਕਰ ਅਸੀਂ ਵੈਕਸੀਨ ਤਿਆਰ ਕਰ ਲਈ, 6 ਮਹੀਨੇ ਤੋਂ ਲੈ ਕੇ 1.5 ਸਾਲ ਤੱਕ ਆਮ ਲੋਕਾਂ ਤੱਕ ਦਵਾਈ ਪਹੁੰਚਦਿਆਂ ਲੱਗ ਜਾਏਗਾ। ਪਰ ਬਾਬਾ ਰਾਮਦੇਵ ਨੇ ਜਦੋਂ ਇਹ ਐਲਾਨ ਕੀਤਾ ਕਿ ਮੈਂ ਦਵਾਈ ਬਣਾ ਲਈ, ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ 1 ਹਫ਼ਤੇ ਦੇ ਵਿੱਚ ਹਰ ਇੱਕ ਵਿਅਕਤੀ ਸਾਡੇ ਸਾਰੇ ਸਟੋਰਾਂ ਤੋਂ ਇਹ ਦਵਾਈ ਖਰੀਦ ਸਕੇਗਾ। ਪਰ ਹਾਲ ਦੀ ਘੜੀ ਇਹਦੇ ਪ੍ਰਚਾਰ ਤੇ ਇਹਦੀ ਖਰੀਦ ਵੇਚ ਦੇ ਉੱਤੇ ਭਾਰਤ ਦੀ ਕੇਂਦਰ ਸਰਕਾਰ ਨੇ ਰੋਕ ਲਾ ਦਿੱਤੀ ਹੈ, ਪਾਬੰਦੀ ਲਾ ਦਿੱਤੀ ਹੈ। ਅਗਲੀ ਖਬਰ ਕੁਝ ਕਤਲੋਗਾਰਤ ਨਾਲ ਸੰਬੰਧਿਤ ਖਬਰਾਂ ਨੇ। ਹੁਣ ਪਹਿਲਾਂ ਖਬਰ ਤੁਹਾਨੂੰ ਮੈਂ ਬਟਾਲੇ ਵੱਲ ਲੈ ਚੱਲਦਾ। ਬਟਾਲੇ ਨੇੜੇ ਇੱਕ ਪਿੰਡ ਪੈਂਦਾ ਹੈ ਉਮਰਪੁਰਾ। ਉਮਰਪੁਰਾ ਪਿੰਡ ਦੇ ਵਿੱਚ ਮਾਮੇ ਤੇ ਭੂਆ ਦੇ ਭਾਵ ਆਪਸ ਦੇ ਵਿੱਚ ਕਜ਼ਨ ਬ੍ਰਦਰ ਸੀ। 2 ਕਨਾਲ ਦੀ ਜ਼ਮੀਨ ਦੇ ਪਿੱਛੇ ਗੋਲੀ ਚਲਾ ਦਿੱਤੀ। ਇੱਕ ਵਿਅਕਤੀ ਨੇ ਆਪਣੇ ਦੂਸਰੇ ਭਰਾ ਦਾ 2 ਕਨਾਲ ਜ਼ਮੀਨ ਪਿੱਛੇ ਕਤਲ ਕਰ ਦਿੱਤਾ। ਹੁਣ ਤੁਸੀਂ ਹਿਸਾਬ ਲਾਓ ਕਿ ਕਿੰਨੀ ਕੁ 2 ਕਨਾਲ ਜ਼ਮੀਨ। ਇੱਕ ਭਰਾ ਦਾ ਦੂਸਰੇ ਭਰਾ ਦਾ 2 ਕਨਾਲ ਜ਼ਮੀਨ ਪਿੱਛੇ ਕਤਲ ਹੋ ਗਿਆ। ਹੁਣ ਕਚਹਿਰੀਆਂ 'ਚ ਮੇਲੇ ਲੱਗਣਗੇ, ਕਚਹਿਰੀਆਂ 'ਚ ਪੈਸੇ ਲੱਗਣਗੇ। ਹੁਣ ਕਤਲ ਦਾ ਤੁਹਾਨੂੰ ਪਤਾ ਹੈ ਕਿ ਘੱਟੋ ਘੱਟ ਉਮਰ ਕੈਦ ਤਾਂ ਲਾਜ਼ਮੀ ਹੈ। ਇਸੇ ਤਰ੍ਹਾਂ ਦੀ ਇੱਕ ਖਬਰ ਜ਼ਮੀਨੀ ਵਿਵਾਦ ਨੂੰ ਲੈ ਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਇੱਕ ਪਿੰਡ ਹੈ ਚਨਾਰਥਲ ਕਲਾਂ। ਚਨਾਰਥਲ ਕਲਾਂ ਪਿੰਡ ਦੇ ਵਿੱਚ ਵੀ ਸ਼ਾਮਲਾਟ ਜ਼ਮੀਨ ਨੂੰ ਲੈ ਕੇ ਰੌਲਾ ਝਗੜਾ ਹੋ ਗਿਆ। ਝਗੜਾ ਵੱਧਦਾ ਇੱਥੇ ਤੱਕ ਜਾ ਪਹੁੰਚਿਆ ਕਿ ਗੋਲੀ ਚੱਲ ਗਈ। ਗੋਲੀ ਚੱਲਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, 4 ਗੰਭੀਰ ਜ਼ਖਮੀ ਹੋ ਗਏ ਨੇ। ਗੋਲੀ ਚਲਾਉਣ ਵਾਲਾ ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਪੁੱਤ ਦੱਸਿਆ ਜਾ ਰਿਹਾ ਹੈ। ਪੁਲਿਸ ਉਹਦੀ ਵੀ ਪੈੜ ਹੁਣ ਨੱਪਦੀ ਫਿਰਦੀ ਹੈ। ਸ਼ਾਮਲਾਟ ਜ਼ਮੀਨ ਪਿੱਛੇ ਇੱਕ ਕਤਲ ਤੇ 4 ਜ਼ਖਮੀ। ਇਸੇ ਤਰ੍ਹਾਂ ਕਹਿੰਦੇ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾ ਕੱਲੀ। ਉਧਰ ਸਾਡੇ ਚੋਂ ਨਿਕਲਿਆ ਹਰਿਆਣਾ, ਅੰਬਾਲੇ ਦੇ ਨੇੜੇ ਪੈਂਦਾ ਪਿੰਡ ਫਲੇਲਪੁਰ, ਅੰਬਾਲੇ ਤੋਂ ਲਗਭਗ 15 ਕਿਲੋਮੀਟਰ ਦੂਰ ਹੈ। ਉੱਥੇ ਵੀ ਗੋਲੀ ਚੱਲੀ ਹੈ। ਉੱਥੇ ਸਗੋਂ ਇੱਕ ਧਿਰ ਦੀ ਦੋਵੇਂ ਧਿਰਾਂ ਪਾਸਿਓਂ ਗੋਲੀ ਚੱਲੀ ਹੈ। ਗੋਲੀ ਚੱਲੀ ਆ ਟੋਭੇ ਦੇ ਕਬਜ਼ੇ ਨੂੰ ਲੈ ਕੇ। ਇੱਕ ਧਿਰ ਕਹਿੰਦੀ ਇਹ ਮੇਰਾ, ਦੂਸਰੀ ਧਿਰ ਕਹਿੰਦੀ ਮੇਰਾ। ਹੋ ਸਕਦਾ ਕੱਲ੍ਹ ਨੂੰ ਜਾਂਚ ਪੜਤਾਲ ਤੇ ਉਹ ਦੋਵਾਂ ਦਾ ਨਾ ਨਿਕਲੇ। ਪਰ ਉਸ ਤਲਾਬ, ਉਸ ਟੋਭੇ ਦੇ ਉੱਤੇ ਕੀਤੇ ਕਬਜ਼ੇ ਨੂੰ ਆਧਾਰ ਬਣਾ ਕੇ ਤੂੰ ਮੈਂ ਹੋਈ, ਝੜਪ ਹੋਈ ਤੇ ਟਿਕ ਟਕਾ ਹੋ ਗਿਆ, ਠੰਡ ਠੰਡੌਲਾ ਜਿਹਾ ਹੋ ਗਿਆ। ਥੋੜ੍ਹੀ ਦੇਰ ਬਾਅਦ
ਦੁਬਾਰਾ ਫੇਰ ਬੱਕਰੇ ਬੁਲਾਉਣੇ ਸ਼ੁਰੂ ਕਰਤੇ, ਫਿਰ ਚੱਲ ਪਿਆ ਕੰਮ। ਅਸਲਾ ਖਰੀਦਣਾ ਬਹੁਤ ਸੁਖਾਲਾ ਹੈ, ਪਰ ਇਹਨੂੰ ਸੰਭਾਲ ਕੇ ਰੱਖਣਾ ਤੇ ਇਹਦੀ ਵਰਤੋਂ ਕਰਨੀ ਹਰ ਇੱਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ। ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਕਾੜ ਕੱਢੀਆਂ ਗੋਲੀਆਂ, ਇੱਕ ਵਿਅਕਤੀ ਦੀ ਹਿੱਕ ਤੇ ਛਾਤੀ ਚੀਰਦੀ ਉਹ ਨਿਕਲ ਗਈ। ਕਾਹਲੀ ਨਾਲ ਪੀਜੀਆਈ ਲਿਜਾਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਉਹ ਵਿਅਕਤੀ ਦਮ ਤੋੜ ਗਿਆ। ਹੁਣ ਇਸ ਵਿਅਕਤੀ ਨੂੰ ਵੀ ਪੁਲਿਸ ਲੱਭਦੀ ਫਿਰਦੀ ਹੈ ਤੇ ਛਾਪੇ ਮਾਰਦੀ ਫਿਰਦੀ ਹੈ। ਹੁਣ ਤੁਸੀਂ ਦੇਖੋ, ਇੱਕ ਤੋਂ ਬਾਅਦ ਇੱਕ ਲਗਭਗ ਇੱਕੋ ਹੀ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ। ਜ਼ਮੀਨੀ ਝਗੜੇ ਦੀਆਂ ਘਟਨਾਵਾਂ ਨੇ, ਕਿਤੇ ਸ਼ਾਮਲਾਟ, ਕਿਤੇ ਟੋਭਾ ਤੇ ਕਿਤੇ ਦੋ ਕਨਾਲ ਨੂੰ ਲੈ ਕੇ, ਪਰ ਤਿੰਨੇ ਹੀ ਘਟਨਾਵਾਂ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਕਹਿਣ ਦਾ ਭਾਵ ਤਿੰਨਾਂ ਵਿੱਚ ਸਜ਼ਾਵਾਂ ਸਖਤ ਹੋਣੀਆਂ ਨੇ। ਹੁਣ ਹਿੱਕ ਤੇ ਧਰ ਲੈਣ ਜਿਹੜੀ ਚੀਜ਼ ਪਿੱਛੇ ਰਹਿ ਗਈ ਹੈ। ਅਗਲੀ ਖਬਰ, ਬੀਤੇ ਦਿਨਾਂ ਦੇ ਵਿੱਚ 3 ਕੇਂਦਰ ਸਰਕਾਰ ਵੱਲੋਂ ਜਿਹੜੇ ਕਿਸਾਨੀ ਦੇ ਨਾਲ ਸੰਬੰਧਿਤ ਆਰਡੀਨੈਂਸ ਜਾਰੀ ਕੀਤੇ ਗਏ ਨੇ। ਪਿਛਲੇ ਪ੍ਰੋਗਰਾਮਾਂ ਵਿੱਚ ਉਹ ਆਰਡੀਨੈਂਸ ਕੀ ਸੀ ਆਪਾਂ ਕਈ ਵਾਰੀ ਜ਼ਿਕਰ ਕਰ ਚੁੱਕੇ ਹਾਂ। ਉਹਦੀ ਮੁਖਾਲਫਤ ਕਰਦੇ ਹੋਏ, ਲੋਕਾਂ ਨੂੰ ਜਾਗਰੂਕ ਕਰਦੇ ਹੋਏ ਜਾਗਰੂਕ ਰੈਲੀ ਕੱਢ ਰਹੇ ਨੇ ਬੈਂਸ ਭਰਾ, ਵੱਡੇ ਬਲਵਿੰਦਰ ਬੈਂਸ ਵੀ ਨੇ ਤੇ ਛੋਟੇ ਸਿਮਰਜੀਤ ਬੈਂਸ ਵੀ ਨੇ, ਦੋਵੇਂ ਹੀ ਨੇ, ਤੇ ਨਾਲ ਉਹਨਾਂ ਦੇ ਕਾਰਕੁਨ ਵੀ ਨੇ ਜਿਹੜੇ ਪਾਰਟੀ ਦੇ ਲੀਡਰ ਨੇ। ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਇਹਨਾਂ ਨੇ ਇਸ ਰੈਲੀ ਦਾ ਆਗਾਜ਼ ਕੀਤਾ। ਉਹਦੇ ਤੋਂ ਬਾਅਦ ਲਗਾਤਾਰ ਇਹ ਪਿੰਡਾਂ ਵਿੱਚ ਦੀ ਹੁੰਦੇ ਨੇ ਜਿੱਥੇ ਰਾਤ ਪੈ ਜਾਂਦੀ ਹੈ ਤੇ ਉੱਥੇ ਹੀ ਰਾਤ ਕੱਟ ਲੈਂਦੇ ਆ। ਹੁਣ ਇਹ ਫਗਵਾੜੇ ਪਹੁੰਚੇ। ਜਦੋਂ ਫਗਵਾੜੇ ਪਹੁੰਚੇ ਤੇ ਫਗਵਾੜੇ 150 ਵਿਅਕਤੀਆਂ ਦੇ ਉੱਤੇ ਆਈਪੀਸੀ ਦੀ ਧਾਰਾ ਪੈਂਦੀ ਹੈ 188। ਇੱਕ ਤਾਂ ਆਈਪੀਸੀ ਧਾਰਾ 188 ਦੇ ਤਹਿਤ ਪਰਚਾ ਕਰਤਾ, ਇੱਕ ਡਿਜ਼ਾਸਟਰ ਮੈਨੇਜਮੈਂਟ ਕਾਨੂੰਨ ਬਣਿਆ ਹੋਇਆ ਸਾਲ 2005 ਦਾ, ਉਹਦੇ ਅਧੀਨ ਵੀ ਇਹਨਾਂ ਤੇ ਪਰਚਾ ਕਰਤਾ। ਪਰਚਾ ਕਰਨ ਦਾ ਕਾਰਨ ਕੀ? ਕਾਰਨ ਇਹ ਦੱਸਿਆ ਗਿਆ ਕਿ ਇਹ ਆ ਰਹੇ ਸੀ 50 ਸਾਈਕਲਾਂ ਤੇ, 12-13 ਕਾਰਾਂ ਵੀ ਸੀ, 13-14 ਟਰੈਕਟਰ ਵੀ ਸੀ। ਸਾਰਿਆਂ ਦੇ ਉੱਤੇ ਇਹਨਾਂ ਨੇ ਲੋਕ ਇਨਸਾਫ ਪਾਰਟੀ ਦੇ ਝੰਡੇ ਲਾਏ ਹੋਏ ਸੀ। ਲੋਕਾਂ ਨੂੰ ਫਿਰ ਲੱਗਣਾ ਕਿ ਝੰਡੇ ਲਾ ਲਏ, ਸਾਈਕਲਾਂ ਤੇ ਆ ਰਹੇ ਨੇ, ਕੀ ਇਤਰਾਜ਼ ਹੈ? ਪੁਲਿਸ ਕਹਿੰਦੀ ਇਤਰਾਜ਼ ਸਾਨੂੰ ਇਸ ਗੱਲ ਦਾ ਹੋਇਆ, ਸਾਨੂੰ ਪਤਾ ਲੱਗਿਆ ਕਿ ਲੋਕ ਇਨਸਾਫ ਪਾਰਟੀ ਵਾਲੇ ਰੈਲੀ ਕੱਢਦੇ ਹੁੰਦੇ ਆ। ਅਸੀਂ ਜਦੋਂ ਨੇੜੇ ਜਾ ਕੇ ਵੇਖਿਆ, ਇਹਨਾਂ ਨੇ ਨਾ ਤਾਂ ਫਿਜ਼ੀਕਲ ਡਿਸਟੈਂਸਿੰਗ ਰੱਖੀ ਹੋਈ ਸੀ ਬਹੁਤਿਆਂ ਨੇ, ਕਈਆਂ ਦੇ ਮਾਸਕ ਲਾਏ ਹੋਏ ਸੀ ਤੇ ਬਹੁਤਿਆਂ ਦੇ ਲਾਏ ਨਹੀਂ ਸੀ ਹੋਏ। ਇਸ ਕਰਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਕਿ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣੀ ਹੈ, ਇਹਨਾਂ ਨੇ ਉਹਦੀ ਵੀ ਉਲੰਘਣਾ ਕੀਤੀ। ਦੂਸਰਾ, ਪੰਜਾਬ ਦੇ ਵਿੱਚ ਕਿਹਾ ਕਿ ਮਾਸਕ ਲਾਉਣੇ ਲਾਜ਼ਮੀ ਨੇ ਜੇਕਰ ਘਰ ਤੋਂ ਬਾਹਰ ਜਾ ਰਹੇ ਹੋ। ਇਹਨਾਂ ਵਿੱਚੋਂ ਕਈਆਂ ਨੇ ਮਾਸਕ ਨਹੀਂ ਸੀ ਪਹਿਨੇ ਹੋਏ। ਇਸ ਕਰਕੇ ਹੁਣ 150 ਵਿਅਕਤੀਆਂ ਦੇ ਉੱਤੇ, ਦੋਵੇਂ ਬੈਂਸ ਭਰਾ ਨੇ ਤੇ 150 ਬੰਦਾ ਹੋਰ ਹੈ, ਉਹਨਾਂ ਤੇ ਪਰਚਾ ਦਰਜ ਕਰ ਦਿੱਤਾ। ਪਰ ਪੁਲਿਸ ਨੇ ਹਾਲੇ ਇਹ ਪੱਤੇ ਨਹੀਂ ਖੋਲੇ ਕਿ ਕੀ ਤੁਸੀਂ ਖੁਦ ਕਹਿ ਰਹੇ ਹੋ ਕਿ ਸਾਰਿਆਂ ਦੇ ਮਾਸਕ ਨਹੀਂ ਸੀ ਲਾਏ ਹੋਏ, ਫਿਰ ਪਰਚਾ ਸਾਰਿਆਂ ਤੇ ਹੀ ਹੈ। ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਪਏਗਾ ਕਿ ਅਦਾਲਤ ਇਸ ਪਰਚੇ ਦੇ ਉੱਤੇ ਕਿੱਧਰ ਨੂੰ ਰੁਖ ਅਖਤਿਆਰ ਕਰਦੀ ਹੈ। ਪਰ ਇਹ ਸਨ ਕੁਝ ਇੱਕ ਖਬਰਾਂ। ਵਿੱਚੇ ਬਾਬਾ ਰਾਮਦੇਵ ਦਵਾਈ ਵੇਚਣ ਦੀ ਕੋਸ਼ਿਸ਼ ਕਰ ਗਿਆ, ਵਿੱਚ ਹੀ ਪੁਲਿਸ ਵਾਲਿਆਂ ਨੇ ਪਰਚੇ ਕਰ ਦਿੱਤੇ, ਤੇ ਨਿਊ ਜਰਸੀ ਦੇ ਵਿੱਚ ਇੱਕ ਦਰਦਨਾਕ ਹਾਦਸਾ ਜਿਹੜਾ ਵਾਪਰਿਆ ਉਹਦੀ ਜਾਣਕਾਰੀ, ਤੇ ਨਾਲ ਕੁਝ ਕਤਲੋਗਾਰਤ ਦੀਆਂ ਘਟਨਾਵਾਂ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਸੈਗਮੈਂਟ ਚੰਗਾ ਲੱਗਿਆ ਹੋਵੇਗਾ। ਚੰਗਾ ਲੱਗਿਆ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।